ਹਮੇਸ਼ਾ ਕੋਸ਼ਿਸ਼ ਕੀਤੀ ਨਾ ਉਹਦੀ ਸਟੱਡੀ ਨਿਗਲੈਕਟ ਹੋਵੇ ਨਾ ਹੀ ਉਹਦੀ ਪ੍ਰੈਕਟਿਸ, ਤਾਂ ਬੜਾ ਅੱਛਾ ਜਿਹਾ ਬੈਲੈਂਸ ਮੇਨਟੇਨ ਕਰਕੇ ਰੱਖਿਆ ਕਿ ਉਹ ਰੈਗੂਲਰ ਆਪਣੀ ਸਟੱਡੀ ਵੀ ਕਰਦਾ ਰਹੇ ਤੇ ਆਪਣੀ ਪ੍ਰੈਕਟਿਸ ਵੀ ਕਰਦਾ ਰਹੇ। ਸੈਪਟੈਂਬਰ 2021 'ਚ ਇਹ ਖੇਲ ਰਿਹਾ 2-3 ਸਾਲ ਤੋਂ ਉਹਦੇ ਵਿੱਚ ਇਹਨੇ ਅੱਜ ਤੱਕ ਦਾ ਪਿਛਲੇ 26 ਸਾਲ ਦੀ ਹਿਸਟਰੀ 'ਚ ਰਿਕਾਰਡ ਸੀਗਾ। ਸੋ ਹੀ ਵੈਂਟ ਅਹੈਡ of Shikhar Dhawan's 161 and Lalit Yadav's 168। ਸਕੂਲ ਦੇ ਵਿੱਚ ਸੀਗਾ ਕਿ ਜਦੋਂ ਇਹ ਮਤਲਬ ਸਟਾਫ ਰੂਮ ਦੇ ਵਿੱਚ ਹੀ ਵਾਸ ਦਾ ਓਨਲੀ ਟੌਪਿਕ ਆਫ ਡਿਸਕਸ਼ਨ ਫਾਰ ਹਿਸ ਟੀਚਰਸ। ਇਹ ਮਤਲਬ ਹਰ ਤਰ੍ਹਾਂ ਦੀ ਸਪੋਰਟਸ ਐਥਲੈਟਿਕਸ ਦੇ ਵਿੱਚ ਹੀ ਵਾਸ ਨੰਬਰ 1। ਸਟ੍ਰੇਟ ਕ੍ਰਿਕਟ ਦਾ ਕੈਂਪ ਸੀਗਾ, ਇੱਕ ਅਰਾਊਂਡ 2 ਵੀਕਸ ਦਾ ਕੈਂਪ ਇੱਥੇ ਲੋਕਲ ਹੈਗਾ ਇੱਕ ਕਲੱਬ UCC, ਅਤੇ ਮੈਂ ਉਹਨੂੰ ਉੱਥੇ ਰਜਿਸਟਰ ਕਰਵਾਇਆ। ਆਫਟਰ 2 ਵੀਕਸ ਜਦੋਂ ਇਹਦਾ ਕੰਕਲੂਡ ਹੋਇਆ ਕੈਂਪ, ਤਾਂ ਉੱਥੇ ਮੈਨੂੰ ਫੀਡਬੈਕ ਮਿਲੀ ਫਰੋਮ ਦੀ ਆਰਗੇਨਾਈਜ਼ਰਸ, ਦੀ ਕੋਚਿਸ, that he has a natural talent, so I must go ahead with the formal training, a professional training for him। ਤੇ ਜਿਸ ਤਰ੍ਹਾਂ ਮੈਂ ਕਹਿ ਰਿਹਾ, ਹਰ ਸਟੇਜ 'ਤੇ ਚਾਹੇ ਉਹ ਪੜ੍ਹਾਈ ਰਹੀ ਜਾਂ ਇਹਦੀ ਕੋਚਿੰਗ ਰਹੀ, ਮਤਲਬ ਇਤਫਾਕਨ ਇਹਨੂੰ ਹਰ ਕਿਤੇ ਸਪੋਰਟ ਮਿਲਦੀ ਰਹੀ। ਜੇ ਉਹਨੂੰ ਕਿਤੇ ਵੀ ਕੋਈ ਮੁਸ਼ਕਿਲ ਆਉਂਦੀ ਸੀ ਜਾਂ ਸਾਈਕੋਲੋਜੀਕਲੀ ਥੋੜ੍ਹਾ ਬਹੁਤਾ ਡਾਊਨ ਹੁੰਦਾ ਸੀ, ਤਾਂ ਫਿਰ ਵੀ ਯੂਜ਼ ਟੂ ਸਿਟ ਐਂਡ ਡਿਸਕਸ ਵਿਦ ਹਿਮ। ਸਤਿ ਸ਼੍ਰੀ ਅਕਾਲ, ਤੁਸੀਂ ਦੇਖ ਰਹੇ ਹੋ ਦਾਨ ਟਾਈਮਸ ਤੇ ਮੈਂ ਹਾਂ ਹਰਸ਼ ਕੌਰ। ਬਹੁਤ ਮਾਣ ਵਾਲੀ ਗੱਲ ਆ ਸਾਰਿਆਂ ਲਈ, ਪੰਜਾਬ ਦੇ ਲੋਕਾਂ ਲਈ, ਇੰਡੀਆ ਦੇ ਲੋਕਾਂ ਲਈ, ਤੇ ਉੱਥੇ ਹੀ ਗੱਲ ਕਰੀਏ ਤਾਂ ਸਪੈਸ਼ਲੀ ਲੁਧਿਆਣੇ ਦੇ ਲੋਕਾਂ ਲਈ, ਕਿਉਂਕਿ ਪੰਜਾਬ ਲੁਧਿਆਣਾ ਦੇ ਨੌਜਵਾਨ ਨਿਹਾਲ ਵਧੇਰਾ ਹੁਣ ਤੁਹਾਨੂੰ IPL ਦੇ ਵਿੱਚ ਖੇਡਣ ਨੂੰ ਮਿਲੇਗਾ। ਉਸਦੀ ਸਿਲੈਕਸ਼ਨ ਮੁੰਬਈ ਇੰਡੀਅਨਸ ਹੋ ਚੁੱਕੀ ਹੈ, ਤੇ ਉੱਥੇ ਹੀ ਆਪਾਂ ਉਹਨਾਂ ਦੇ ਪੇਰੈਂਟਸ ਨਾਲ ਮੌਜੂਦ ਹਾਂ, ਜਿੱਥੇ ਗੱਲਬਾਤ ਕਰਾਂਗੇ ਕਿਸ ਤਰ੍ਹਾਂ ਸ਼ੌਂਕ ਪਿਆ ਤਾਂ ਕਿਸ ਤਰ੍ਹਾਂ ਦੀ ਸਪੋਰਟ ਇਹਨਾਂ ਵੱਲੋਂ ਰਹੀ। ਸਭ ਤੋਂ ਪਹਿਲਾਂ ਕੰਗ੍ਰੈਚੁਲੇਸ਼ਨਸ ਤੁਹਾਨੂੰ। ਥੈਂਕ ਯੂ ਸੋ ਮਚ। ਕੰਗ੍ਰੈਚੁਲੇਸ਼ਨ। ਥੈਂਕ ਯੂ ਜੀ, ਥੈਂਕ ਯੂ ਸੋ ਮਚ। ਗੱਲ ਕੀਤੀ ਜਾਵੇ, ਅਗਰ ਕੋਈ ਬੱਚੇ ਦੀ ਅਚੀਵਮੈਂਟ ਹੁੰਦੀ ਹੈ, ਉਹਦੇ ਪਿੱਛੇ ਪੇਰੈਂਟਸ ਦਾ ਬਹੁਤ ਵੱਡਾ ਹੱਥ ਹੁੰਦਾ ਹੈ। ਉੱਥੇ ਹੀ ਤੁਹਾਡੇ ਵੱਲੋਂ ਕਿਸ ਤਰ੍ਹਾਂ ਦੀ ਸਪੋਰਟ ਰਹੀ? ਸਾਡੇ ਵੱਲੋਂ ਹਰ ਤਰ੍ਹਾਂ ਦੀ ਸਪੋਰਟ ਰਹੀ। ਮੀਨਸ ਅਸੀਂ ਹਮੇਸ਼ਾ ਕੋਸ਼ਿਸ਼ ਕੀਤੀ ਨਾ ਉਹਦੀ ਸਟੱਡੀ ਨਿਗਲੈਕਟ ਹੋਵੇ ਨਾ ਹੀ ਉਹਦੀ ਪ੍ਰੈਕਟਿਸ, ਤਾਂ ਬੜਾ ਅੱਛਾ ਜਿਹਾ ਬੈਲੈਂਸ ਮੇਨਟੇਨ ਕਰਕੇ ਰੱਖਿਆ ਕਿ ਉਹ ਰੈਗੂਲਰ ਆਪਣੀ ਸਟੱਡੀ ਵੀ ਕਰਦਾ ਰਹੇ ਤੇ ਆਪਣੀ ਪ੍ਰੈਕਟਿਸ ਵੀ ਕਰਦਾ ਰਹੇ। ਤੇ ਜਦੋਂ ਪਤਾ ਲੱਗਿਆ ਕਿ ਸਿਲੈਕਸ਼ਨ ਹੋ ਗਈ IPL ਦੇ ਵਿੱਚ, ਕਿਸ ਤਰ੍ਹਾਂ ਮਹਿਸੂਸ ਕੀਤਾ ਤੁਸੀਂ? ਮਤਲਬ ਸਪੀਚਲੈਸ ਹੋ ਗਏ। ਯੈਸ, ਵੀ ਵਰ ਐਕਚੁਅਲੀ ਸਾਰੇ ਬੜੇ ਇਮੋਸ਼ਨਲ ਹੋ ਗਏ, ਬਿਕੋਜ਼ ਅਸੀਂ ਸਾਰੀ ਫੈਮਿਲੀ ਬੈਠ ਕੇ ਇਕੱਠੇ ਦੇਖ ਰਹੇ ਸੀ, ਤਾਂ ਵੀ ਵਰ ਕੀਪਿੰਗ ਆਰ ਫਿੰਗਰਸ ਕ੍ਰੋਸਡ ਕਿ ਕੀ ਹੋਣਾ, ਬਿਕੋਜ਼ ਲਾਸਟ ਮੂਮੈਂਟ ਤੱਕ ਕੁਛ ਨਹੀਂ ਪਤਾ ਸੀਗਾ। ਅਤੇ ਡੈਫੀਨੇਟਲੀ ਇਟ ਵਾਜ਼ ਅ ਗ੍ਰੇਟ ਮੂਮੈਂਟ ਫॉर ਆਲ ਆਫ ਅਸ। ਵੀ ਵਰ ਰੀਅਲੀ ਵੈਰੀ ਵੈਰੀ ਹੈਪੀ। ਸਰ, ਤੁਹਾਨੂੰ ਕਿੱਦਾਂ ਲੱਗਿਆ ਕਿ ਇਸ ਤੋਂ ਪਹਿਲਾਂ ਵੀ ਸੀਗਾ ਸਕੋਪ, ਟਰਾਈ ਕੀਤਾ ਸੀ ਪਿਛਲੀ ਵਾਰ ਕਿ ਇਸ ਟਾਈਮ ਹੋ ਜਾਊਗਾ, ਕੁਛ ਸੀਗਾ? ਹਾਂਜੀ, ਕੁਛ ਪਤਾ ਨਹੀਂ ਹੁੰਦਾ। ਲਾਸਟ ਟਾਈਮ ਵੀ ਇਹਨੇ ਫਾਰਮ ਭਰਿਆ ਸੀਗਾ ਬਟ ਇਹਦਾ ਨਹੀਂ ਆਇਆ ਸੀ। ਮੈਨੂੰ ਇੱਦਾਂ ਲੱਗ ਰਿਹਾ ਕਿ ਮਤਲਬ ਪਿਛਲੇ 12 ਮਹੀਨੇ ਦੇ ਵਿੱਚ 2 ਵੱਡੇ ਮਾਈਲਸਟੋਨ ਰਹੇ ਇਹਦੇ। ਵਨ ਵਾਜ਼ ਇਨ April 2022 when he scored 578 in a single innings, okay, so that could have been one, ਜਿਹਦੇ ਵਿੱਚ ਇਹਨੇ 37 6 ਸੀਗੇ ਇਹਦੇ ਤੇ 42 4 ਸੀਗੇ, ਠੀਕ ਹੈ। ਸੋ that might have been noticed, I think, ठीक है। So क्योंकि scouts are very proactive and their analysts are very proactive, so they keep on kind of scouting for the data, for the talent. This could be one. And second was again a very good I would say innings of his. There's a very prestigious tournament called JP Atre Memorial Tournament. Last year September 2021 'ਚ ਇਹ ਖੇਲ ਰਿਹਾ 2-3 ਸਾਲ ਤੋਂ ਉਹਦੇ ਵਿੱਚ ਇਹਨੇ ਅੱਜ ਤੱਕ ਦਾ ਪਿਛਲੇ 26 ਸਾਲ ਦੀ ਹਿਸਟਰੀ 'ਚ ਰਿਕਾਰਡ ਸੀਗਾ। ਸੋ ਹੀ ਵੈਂਟ ਅਹੈਡ ਤੇ of Shikhar Dhawan's 161 and Lalit Yadav's 168। ਇਹ ਹੈ ਪਲੱਸ 1-2 ਸਾਲ ਤੋਂ ਇਹਦੇ ਸਟੈਟਸ ਕਾਫੀ ਅੱਛੇ ਚੱਲ ਰਹੇ ਸੀ, ਕੰਸਿਸਟੈਂਸੀ ਚੱਲ ਰਹੀ ਸੀ। ਸੋ ਇਸ ਫॉर no doubt probability ਤਾਂ ਜ਼ਿਆਦਾ ਸੀਗੀ। ਸੋ on top of that he was called for trials around 40 days, 35 to 40 days back in Mumbai. So his trials went very fine. ਉਸ ਤੋਂ ਬਾਅਦ 10-12 ਦਿਨ ਪਹਿਲਾਂ ਫਿਰ ਇਹਨੂੰ ਬੁਲਾਇਆ ਗਿਆ ਸੀ ਸੈਕਿੰਡ ਟਾਈਮ ਟਰਾਇਲਸ। ਉੱਥੇ ਉਹਨਾਂ ਦੇ ਸਾਰੇ ਮੇਨ ਪਲੇਅਰਸ ਅਤੇ ਕੋਚਿਸ ਸੀਗੇ, ਉਹ ਵੀ ਅੱਛੇ ਚਲੇ ਗਏ। ਸੋ ਹੀ ਵਾਜ਼ ਹੋਪਫੁਲ, ਬਟ ਐਸ ਜਿਸ ਤਰ੍ਹਾਂ ਉਹਨਾਂ ਨੇ ਕਿਹਾ ਉਹਦੀ ਮਦਰ ਨੇ, ਫਿੰਗਰਸ ਕ੍ਰਾਸਡ। ਸੋ ਇਟਸ ਅ ਵੈਰੀ ਕੰਪੈਟੀਟਿਵ ਇਵੈਂਟ। ਤੇ ਸ਼ੌਂਕ ਕਿਸ ਤਰ੍ਹਾਂ ਦਾ ਪਿਆ ਨਿਹਾਲ ਵਧੇਰਾ ਦਾ ਕਿ ਕ੍ਰਿਕਟ 'ਚ ਜਾਣਾ ਉਹਨਾਂ ਨੇ?
ਉਹ ਬੈਟਰ ਇਹਨਾਂ ਦੀ ਮਦਰ ਨੂੰ ਪੁੱਛੋ ਤੁਸੀਂ, ਬਿਕੋਜ਼ ਸ਼ੀ ਵਾਸ ਦ ਵਨ ਯੂ ਨੋ ਹੂ ਪਲੇਡ ਅ ਪਿਵਟਲ ਰੋਲ ਇਨ ਦੈਟ। ਵਾਓ। Yeah. ਗੱਲ ਕੀਤੀ ਜਾਵੇ ਅਗਰ ਕ੍ਰਿਕਟਰ ਕੋਈ ਜਾਣਦਾ ਤਾਂ ਹੁੰਦਾ ਕਿ ਫਾਦਰ ਨੂੰ ਜ਼ਿਆਦਾ ਇੰਟਰਸਟ ਹੁੰਦਾ, ਉਹ ਮੈਚ ਲਗਾ ਕੇ ਬੈਠੇ ਹੁੰਦੇ ਆ, ਕੋਈ ਗੱਲਬਾਤ ਨਹੀਂ ਕਰਨੀ। ਹੁਣ ਇੱਥੋਂ ਪਤਾ ਲੱਗ ਰਿਹਾ ਤੁਹਾਨੂੰ ਜ਼ਿਆਦਾ ਇੰਟਰਸਟ ਸੀਗਾ। ਇਸ ਤਰ੍ਹਾਂ ਨਹੀਂ ਕਹਿ ਸਕਦੇ ਐਕਚੁਅਲੀ। ਜਦੋਂ ਇਹ ਸਕੂਲ ਜਾਣਾ ਸ਼ੁਰੂ ਹੋਇਆ, ਇਹ ਆਪਣਾ ਸੇਕਰਡ ਹਾਰਟ ਕਨਵੈਂਟ ਸਰਾਭਾ ਨਗਰ ਦਾ ਸਟੂਡੈਂਟ ਹੈ, ਅਤੇ ਉਹ ਸਕੂਲ ਦੇ ਵਿੱਚ ਸੀਗਾ ਕਿ ਜਦੋਂ ਇਹ ਮਤਲਬ ਸਟਾਫ ਰੂਮ ਦੇ ਵਿੱਚ ਹੀ ਵਾਜ਼ ਦਾ ਓਨਲੀ ਟੋਪਿਕ ਆਫ ਡਿਸਕਸ਼ਨ ਫਾਰ ਹਿਸ ਟੀਚਰਸ। ਇਹ ਮਤਲਬ ਹਰ ਤਰ੍ਹਾਂ ਦੀ ਸਪੋਰਟਸ, ਐਥਲੈਟਿਕਸ ਦੇ ਵਿੱਚ ਹੀ ਵਾਜ਼ ਨੰਬਰ 1, ਅਤੇ ਹਮੇਸ਼ਾ ਸਪੋਰਟਸ ਦੇ ਵਿੱਚ ਐਕਸਲ ਕੀਤਾ। ਮਤਲਬ ਇੱਕ ਤਰ੍ਹਾਂ ਨੂੰ ਖੇਲਣ ਦਾ ਸ਼ੌਂਕ ਸੀ, ਬਟ ਇਹ ਨਹੀਂ ਪਤਾ ਸੀਗਾ ਕਿ ਇਹ ਕ੍ਰਿਕਟ 'ਚ ਜਾਏਗਾ, ਬਿਕੋਜ਼ ਅਸੀਂ ਕਦੀ ਇਸ ਤਰ੍ਹਾਂ ਦੇਖਿਆ ਹੀ ਨਹੀਂ ਕਿ ਇਹ ਕਿਸ ਸਪੋਰਟ ਦੇ ਵਿੱਚ ਬੈਟਰ ਹੈ। ਬਸ ਫਿਰ ਇੱਦਾਂ ਹੀ ਜਿੱਦਾਂ ਹੁਣ ਸਕੂਲ ਵੇਕੇਸ਼ਨ ਹੁੰਦੇ ਆ, ਹਰ ਪੇਰੈਂਟ ਆਪਣੇ ਬੱਚੇ ਨੂੰ ਕੁਛ ਨਾ ਕੁਛ ਕਰਵਾਉਂਦਾ ਕ੍ਰੀਏਟਿਵ, ਅਤੇ ਇਹ ਸੀ ਮਤਲਬ ਹੀ ਯੂਜ਼ ਟੂ ਬੀ ਵੈਰੀ ਵੈਰੀ ਐਕਟਿਵ ਐਂਡ ਨੋਟੀ ਆਲਸੋ। ਮੈਨੂੰ ਇਹ ਸੀਗਾ ਕਿ ਸਿੰਸ ਆਈ ਵਾਜ਼ ਫੁੱਲ ਟਾਈਮ ਵਰਕਿੰਗ ਕਿ ਇਹ ਐਟਲੀਸਟ ਕੁਛ ਦੇਰ ਲਈ ਕ੍ਰੀਏਟਿਵਲੀ ਬਿਜ਼ੀ ਹੋ ਜਾਏ। ਫਿਰ ਮੋਰਓਵਰ ਇਹ ਹੁੰਦਾ ਕਿ ਜੇ ਬੱਚੇ 'ਚ ਐਨਰਜੀ ਜ਼ਿਆਦਾ ਹੋਵੇ ਤਾਂ ਉਹ ਕੋਈ ਨਾ ਕੋਈ ਮਤਲਬ ਕੁਛ ਨਾ ਕੁਛ ਗੜਬੜ ਜ਼ਰੂਰ ਕਰੇਗਾ। ਸੋ ਮੈਨੂੰ ਇਹ ਸੀਗਾ ਇਹਨੂੰ ਕੁਛ ਹਰ ਵੇਕੇਸ਼ਨਸ ਮੈਂ ਕੁਛ ਨਾ ਕੁਛ ਕਰ ਦਿੰਦੀ ਹੁੰਦੀ ਸੀ ਕਿ ਇਹ ਕੁਛ ਕ੍ਰੀਏਟਿਵਲੀ ਬਿਜ਼ੀ ਹੋ ਜਾਏ। ਸੋ ਇਸ ਤਰ੍ਹਾਂ ਹੋਇਆ ਕਿ ਇਸ ਤਰ੍ਹਾਂ ਹੀ ਕ੍ਰਿਕਟ ਦਾ ਕੈਂਪ ਸੀਗਾ, ਇੱਕ ਅਰਾਊਂਡ 2 ਵੀਕਸ ਦਾ ਕੈਂਪ ਇੱਥੇ ਲੋਕਲ ਹੈਗਾ ਇੱਕ ਕਲੱਬ UCC, ਅਤੇ ਮੈਂ ਇਹਨੂੰ ਉੱਥੇ ਰਜਿਸਟਰ ਕਰਵਾਇਆ। ਤਾਂ ਆਫਟਰ 2 ਵੀਕਸ ਜਦੋਂ ਇਹਦਾ ਕੰਕਲੂਡ ਹੋਇਆ ਕੈਂਪ, ਤਾਂ ਉੱਥੇ ਮੀਨਸ ਮੈਨੂੰ ਫੀਡਬੈਕ ਮਿਲੀ ਫਰੋਮ ਦੀ ਆਰਗੇਨਾਈਜ਼ਰਸ, ਦੀ ਕੋਚਿਸ, that he has a natural talent, so I must go ahead with the formal training, a professional training for him. ਤੇ ਫਿਰ then I discussed with my husband. ਫਿਰ luckily my cousin, I would say, or my brother Monty Panesar, ਜੋ ਕਿ ਇੰਗਲੈਂਡ ਵਾਸਤੇ ਖੇਲ ਚੁੱਕੇ ਹੈ, ਫਿਰ ਮੈਂ ਉਹਨਾਂ ਨੂੰ ਕੰਟੈਕਟ ਕੀਤਾ, ਅਤੇ ਉਹਨਾਂ ਨੇ ਉਦੋਂ ਇੰਗਲੈਂਡ ਟੀਮ 'ਚ ਖੇਲ ਰਹੇ ਸੀ, ਤਾਂ ਉਹਨਾਂ ਨੇ ਮੈਨੂੰ ਗਾਈਡ ਕੀਤਾ ਕਿ ਅਗਰ ਇਸ ਤਰ੍ਹਾਂ ਹੈ ਕਿ ਕ੍ਰਿਕਟ ਇਹਨੂੰ ਸਿਖਾਉਣਾ ਚਾਹੁੰਦੇ ਹੋ ਤਾਂ ਤੁਸੀਂ ਮਤਲਬ BCCI ਅੰਡਰ ਜਿਹੜੀ ਵੀ ਬੋਡੀ ਹੈ ਪੰਜਾਬ ਦੀ, ਤੁਸੀਂ ਉੱਥੇ ਉਹਦੇ ਨਾਲ ਐਸੋਸੀਏਟ ਹੋਵੋ, ਤਾਂ ਹੀ ਇਹ ਮਤਲਬ ਇਹ ਲੌਜੀਕਲੀ ਅੱਗੇ ਵਧੇਗਾ ਅਤੇ ਕੰਪੈਟੀਟਿਵ ਮੈਚਿਸ ਖੇਲੇਗਾ। ਫਿਰ ਬਸ ਉਹ ਅਸੀਂ ਇਨਕੁਆਇਰ ਕੀਤਾ ਤਾਂ ਇੱਥੇ ਇਹਨੂੰ ਲੁਧਿਆਣਾ ਡਿਸਟ੍ਰਿਕਟ ਕ੍ਰਿਕਟ ਐਸੋਸੀਏਸ਼ਨ ਦੇ ਵਿੱਚ ਰਜਿਸਟਰ ਕੀਤਾ। ਮਤਲਬ ਗੇਟ ਜਿਹੜਾ ਖੋਲ੍ਹਿਆ, ਪਾਥ ਜਿਹੜਾ ਬਣਾਇਆ, ਉਹ ਤੁਹਾਡੇ ਰਾਹੀਂ ਐਕਸੈਪਟ ਨਹੀਂ ਕਰਾਂਗੇ, ਪਰ ਹੈ ਸੱਚਾਈ ਪਤਾ ਨਹੀਂ। ਮੈਨੂੰ ਇਹ ਸੀਗਾ ਕਿ ਆਈ ਵਾਜ਼ ਟੇਕਿੰਗ ਕੇਅਰ ਆਫ ਕਿਡਸ, ਅਤੇ ਇਟ ਵਾਜ਼ ਆਈ ਥਿੰਕ ਬਾਈ ਚਾਂਸ ਦੈਟ ਹੀ ਗੋਟ ਇਨ ਟੂ ਦਿਸ, ਹੀ ਗੋਟ ਇਨ ਟੂ ਦਿਸ। ਔਰ ਨੋਟੀ ਦੀ ਗੱਲ ਕੀਤੀ, ਬਹੁਤ ਮਤਲਬ ਪੜ੍ਹਾਈ 'ਚ ਕਿਸ ਤਰ੍ਹਾਂ ਦੇ ਸੀਗਾ, ਸਪੋਰਟਸ, ਕਿਉਂਕਿ ਜ਼ਿਆਦਾਤਰ ਗੱਲ ਕੀਤੀ ਜਿਹੜੇ ਬੱਚੇ ਸਪੋਰਟਸ ਵੱਲ ਹੁੰਦੇ ਨਾ, ਪੜ੍ਹਾਈ ਵੱਲ ਥੋੜ੍ਹਾ ਜਿਹਾ ਇੰਟਰਸਟ ਘੱਟ ਹੁੰਦਾ ਹੈ, ਤਾਂ ਕਿਸ ਤਰ੍ਹਾਂ ਦਾ ਨਿਹਾਲ ਵਦੇਰਾ ਦਾ ਸਟੱਡੀ ਔਰ ਅਕੈਡਮਿਕ ਮਤਲਬ ਕਿਸ ਤਰ੍ਹਾਂ ਦਾ ਸੀ? ਅੱਛਾ ਸੀ, ਸਟੱਡੀ ਦੇ ਵਿੱਚ ਵੀ ਅਤੇ ਸਪੋਰਟਸ ਵਿੱਚ ਵੀ। ਐਂਡ ਇੱਕ ਹੁੰਦਾ ਕਿ ਕੁਛ ਅਸੀਂ ਆਪਣੇ ਰੋਲਸ ਡਿਵਾਈਡ ਕੀਤੇ ਹੋਏ ਸੀ ਦੋਨਾਂ ਨੇ ਬੱਚਿਆਂ ਨੂੰ, ਬਿਕੋਜ਼ ਅਸੀਂ ਦੋਨੋਂ ਫੁੱਲ ਟਾਈਮ ਵਰਕਿੰਗ ਹੈ, ਤਾਂ ਓਬਵੀਅਸਲੀ ਆਈ ਗੇਵ ਸਰਟਨ ਡਿਊਟੀਜ਼ ਟੂ ਹਿਮ ਕਿ ਕਿੱਥੇ ਮੇਰਾ ਰੋਲ ਖਤਮ ਹੁੰਦਾ ਅਤੇ ਕਿੱਥੇ ਉਹਦੇ ਪਾਪਾ ਦਾ ਰੋਲ ਸ਼ੁਰੂ ਹੁੰਦਾ। ਸੋ ਇੱਥੇ ਇਹਨਾਂ ਨੇ ਬੜੀ ਅੱਛੀ ਸਟ੍ਰੈਟਜੀ ਲਗਾਈ ਸੀ। ਆਈ ਥਿੰਕ ਹੀ ਕੈਨ ਟੈਲ ਯੂ ਬੈਟਰ। ਨਾਓ ਓਵਰ ਟੂ ਯੂ ਸਰ। ਹਾਂ, ਅਤੇ ਮੈਨੂੰ ਥੋੜ੍ਹਾ ਜਿਹਾ ਇਹ ਹੁੰਦਾ ਕਿ ਬੱਚੇ ਠੀਕ ਇੱਕ ਵਾਰੀ ਪੜ੍ਹ ਲਿਖ ਜਾਣ ਅਤੇ ਉਸ ਤੋਂ ਬਾਅਦ ਸਾਰੀ ਉਮਰ ਠੀਕ ਰਹਿੰਦਾ ਉਹਨਾਂ ਦਾ ਕੰਮ। ਅਤੇ ਜਿਸ ਤਰ੍ਹਾਂ ਇਹਨਾਂ ਨੇ ਕਿਹਾ, ਮੈਂ ਨਾ ਜਦੋਂ ਮੈਂ ਦੇਖਿਆ ਆਈ ਥਿੰਕ 8th 9th 'ਚ ਹੋ ਗਿਆ ਸੀ ਉਹ ਥੋੜ੍ਹਾ ਜਿਹਾ, ਮਤਲਬ ਕਪਲ ਆਫ ਈਅਰਸ ਆਫਟਰ ਦੈਟ, ਆਫਟਰ ਸਟਾਰਟਡ, ਅਤੇ ਕਈ ਦਫਾ ਜ਼ਿਆਦਾ ਕ੍ਰਿਕਟ ਅਤੇ ਫਿਰ ਬਿਲਕੁਲ ਕਈ ਵਾਰੀ ਨਾ ਟੈਸਟ ਥੋੜ੍ਹੇ ਜਿਹੇ ਕੰਪਰੋਮਾਈਜ਼ ਹੋਇਆ। ਫਿਰ ਮੈਂ ਇੱਕ ਤਾਂ ਰਾਈਡਰ ਲਗਾ ਦਿੱਤਾ ਸੀਗਾ ਦੀ 9th 10th ਦੇ ਡੇਜ਼ ਤੋਂ ਕਿ ਜਿਹੜੇ ਤੇਰੇ ਵੀਕਲੀ ਟੈਸਟ 'ਚ 80% ਤੋਂ ਘੱਟ ਆਉਣਗੇ, ਫਿਰ ਅਗਲਾ ਵੀਕ ਤੋਂ ਕ੍ਰਿਕਟ ਨਹੀਂ ਜਾ ਸਕਦਾ ਫਿਰ ਖੇਡਣ। ਉਹ ਫਿਰ ਹੀ ਮੇਡ, ਬਿਕੋਜ਼ ਆਈ ਨਿਊ ਹਾਊ ਪੈਸ਼ਨੇਟ ਹੀ ਵਾਜ਼ ਅਬਾਊਟ, ਹੀ ਕੁਡ ਨਾਟ ਅਫੋਰਡ ਟੂ ਮਿਸ ਦੈਟ ਪ੍ਰੈਕਟਿਸ। ਸੋ ਮੇਡ ਸ਼ਿਓਰ ਕਿ ਉਹ ਹਮੇਸ਼ਾ 80% ਤੋਂ ਉੱਪਰ ਰਹੇ, ਚਾਹੇ 80 ਪੁਆਇੰਟ ਸਮਥਿੰਗ। ਸੋ ਇਸ ਚੱਕਰ 'ਚ ਕੀ ਹੋ ਗਿਆ, ਉਹ ਪੜ੍ਹਾਈ ਵੀ ਅੱਛੀ ਕਰ ਗਿਆ। ਅਤੇ ਫਿਰ ਇਹਦੀ ਜਦੋਂ 10th ਹੋ ਗਈ, ਉਸ ਤੋਂ ਬਾਅਦ ਫਿਰ ਅਸੀਂ ਰਿਅਲਾਈਜ਼ ਕੀਤਾ ਕਿ ਇਹਦੀ ਟੂਰਿੰਗ ਬਹੁਤ ਹੈ, ਬਹੁਤ ਜ਼ਿਆਦਾ ਟੂਰਿੰਗ ਰਹਿੰਦੀ ਆ ਜਦੋਂ ਵੀ ਇਹ ਪੰਜਾਬ ਵੱਲੋਂ ਖੇਡਦਾ ਸੀ, ਅਤੇ ਵੀ ਜ਼ਿਆਦਾ ਛੁੱਟੀ ਚਾਹੀਦੀ ਹੋਊਗੀ। ਫਿਰ ਅਸੀਂ ਨਾ BCM ਸਕੂਲ ਸ਼ਾਸਤਰੀ ਨਗਰ, ਮਿਸਿਸ ਪਰਮਜੀਤ ਕੌਰ, ਉਹਨਾਂ ਨਾਲ ਸਲਾਹ ਕੀਤੀ ਵੀ ਇਸ ਤਰ੍ਹਾਂ ਉਹ ਕਹਿੰਦੇ ਕੋਈ ਗੱਲ ਨਹੀਂ, ਅਸੀਂ ਮਤਲਬ ਵੀ ਕੈਨ ਆਲਵੇਜ਼ ਹੈਲਪ ਹਿਮ, ਕਿ ਜਦੋਂ ਵੀ ਆਊਗਾ ਉਦੋਂ ਅਸੀਂ ਜ਼ਿਆਦਾ ਕਵਰ ਅਪ ਕਰਵਾ ਦਿਆ ਕਰਾਂਗੇ। ਤਾਂ ਸ਼ੀ ਵਾਜ਼ ਵੈਰੀ ਕਾਇੰਡ। ਅਤੇ ਉੱਥੋਂ ਫਿਰ ਇਹਨੇ +2 ਕੀਤੀ, ਉਹ 'ਚ ਵੀ ਇਹਦੇ 90% ਮਾਰਕਸ ਆ ਗਏ। ਅਗੇਨ
ਮੈਂ ਤੁਹਾਨੂੰ ਦੱਸਦਾ ਜਿਸ ਤਰ੍ਹਾਂ ਹਾਊ ਐਜ਼ ਇਟ ਇਜ਼ ਸੈਡ ਇਟ ਟੇਕਸ ਅ ਵਿਲੇਜ ਟੂ ਰੇਜ਼ ਅ ਚਾਈਲਡ। ਉਸ ਤੋਂ ਬਾਅਦ ਕੁਦਰਤੀ ਫਿਰ ਗਵਰਨਮੈਂਟ ਕਾਲਜ 'ਚ ਪਹਿਲਾਂ ਤਾਂ ਇਹਨੇ ਕਹਿੰਦਾ ਕਿਉਂਕਿ ਜ਼ਿਆਦਾਤਰ ਬੱਚੇ ਨਾ +2 ਤੋਂ ਬਾਅਦ ਜਿਹੜੇ ਇਸ ਲੈਵਲ 'ਤੇ ਖੇਲ ਰਹੇ ਹੁੰਦੇ, ਕਿਉਂਕਿ ਉਦੋਂ ਇਹ ਇੰਡੀਆ ਦੀ ਅੰਡਰ 19 ਟੀਮ 'ਚ ਆ ਗਿਆ ਸੀ ਇਮੀਡੀਏਟਲੀ ਉਸ ਤੋਂ ਬਾਅਦ। ਅਤੇ ਫਿਰ ਤਾਂ ਬਿਲਕੁਲ ਹੀ ਮੁਸ਼ਕਿਲ ਹੋ ਗਿਆ ਸੀਗਾ ਰੈਗੂਲੈਰਿਟੀ ਰੱਖਣਾ ਪੜ੍ਹਾਈ ਦੀ। ਜੀ। ਅਤੇ ਫਿਰ ਪ੍ਰਿੰਸੀਪਲ ਸੀਗੇ ਮਿਸਟਰ ਧਰਮ ਸਿੰਘ ਗਵਰਨਮੈਂਟ ਕਾਲਜ, ਅਤੇ ਪ੍ਰੋਫੈਸਰ ਦੀਪਕ ਚੋਪੜਾ ਹੁਣ ਉਹ ਪ੍ਰਿੰਸੀਪਲ ਨੇ ਦੂਸਰੇ ਕਿਸੇ ਕਾਲਜ 'ਚ, ਠੀਕ ਹੈ। ਅਤੇ ਉਹਨਾਂ ਨੇ ਵੀ ਮੈਨੂੰ ਸਲਾਹ ਦਿੱਤੀ ਕਿ ਕੋਈ ਗੱਲ ਨਹੀਂ ਵੀ ਐਗਜ਼ਾਮਸ ਹੋ ਜਾਣਗੇ, ਇੱਕ ਪ੍ਰੋਵੀਜ਼ਨ ਹੁੰਦੀ ਹੈ ਜੇ ਕੋਈ ਉਸ ਸਮੈਸਟਰ 'ਚ ਮਿਸ ਕਰ ਜਾਏ ਤਾਂ ਉਸ ਤੋਂ ਬਾਅਦ ਸਪੈਸ਼ਲ ਐਗਜ਼ਾਮਸ ਹੁੰਦੇ ਹੁੰਦੇ, ਠੀਕ ਹੈ। ਉਸ ਚੱਕਰ 'ਚ ਫਿਰ ਉਹ ਐਨਰੋਲ ਹੋ ਗਿਆ, ਅਤੇ ਉਦੋਂ ਤੱਕ ਇਹਨੂੰ ਪਤਾ ਲੱਗ ਗਿਆ ਸੀਗਾ ਨਿਹਾਲ ਨੂੰ ਕਿ ਥੋੜ੍ਹਾ ਜਿਹਾ ਮਤਲਬ ਕੌਨਫੀਡੈਂਸ ਆ ਗਿਆ ਸੀ ਕਿ ਪੜ੍ਹਾਈ ਦਾ ਵੀ। ਅਤੇ ਫਿਰ ਇਹ ਮਤਲਬ ਉੱਥੇ ਪਿਛਲੇ 3 ਸਾਲ 'ਚ ਇਹਨੇ ਗਵਰਨਮੈਂਟ ਕਾਲਜ ਤੋਂ ਵੀ ਆਪਣੀ ਗ੍ਰੈਜੂਏਸ਼ਨ ਕੰਪਲੀਟ ਕਰ ਲਈ, ਠੀਕ। ਉਹ 'ਚ ਵੀ ਅੱਛੇ ਮਾਰਕਸ ਲੈ ਗਿਆ, 72% ਸ਼ਾਇਦ ਹੈਗੇ ਆ। ਅਤੇ ਜਿਸ ਤਰ੍ਹਾਂ ਮੈਂ ਕਹਿ ਰਿਹਾ ਹਰ ਸਟੇਜ 'ਤੇ ਚਾਹੇ ਉਹ ਪੜ੍ਹਾਈ ਰਹੀ ਜਾਂ ਇਹਦੀ ਕੋਚਿੰਗ ਰਹੀ, ਮਤਲਬ ਇਤਫਾਕਨ ਇਹਨੂੰ ਹਰ ਕਿਤੇ ਸਪੋਰਟ ਮਿਲਦੀ ਰਹੀ। ਜਿਸ ਤਰ੍ਹਾਂ ਮੈਨੂੰ ਯਾਦ ਹੈ ਜਦੋਂ ਅੰਡਰ 14 'ਚ ਹੁੰਦਾ ਸੀਗਾ LDCH ਆ ਕੇ ਹਮੇਸ਼ਾ ਕਹਿੰਦਾ ਹੁੰਦਾ ਸੀ ਅੱਜ ਮੇਰੇ ਕੋ ਕੁਮਰਨ ਸਰ ਨੇ ਇਹ ਬੋਲਾ, ਇਹ ਸਪੈਸ਼ਲ ਪ੍ਰੈਕਟਿਸ ਕਰਾਈ। ਫਿਰ ਅੰਡਰ 16 'ਚ ਜਾਂ ਉਸ ਤੋਂ ਪਹਿਲਾਂ ਕੋਈ ਸੰਦੀਪ ਸਰ ਹੁੰਦੇ ਸੀ ਇਹਦੇ ਉੱਥੇ। ਫਿਰ ਇਹਦੇ ਰੈਗੂਲਰ ਕੋਚ ਜਿਹੜੇ ਬਣ ਗਏ ਉਹ ਸੀਗੇ ਮਿਸਟਰ ਚਰਨਜੀਤ, ਠੀਕ ਹੈ, ਉਹ ਬਣ ਗਏ। ਫਿਰ ਕੋਵਿਡ ਪੀਰੀਅਡ 'ਚ ਵੀ ਥੋੜ੍ਹਾ ਇਸ਼ੂ ਆਇਆ 2-3 ਸਾਲ, ਪਿਛਲੇ 3 ਸਾਲ ਤੋਂ ਮੈਂ ਦੇਖ ਰਿਹਾ ਇੱਕ ਕਾਲਾ ਸਰ ਦੀ ਬਹੁਤ ਤਾਰੀਫ ਕਰਦਾ ਹੁੰਦਾ, ਇੱਥੇ ਹੈਗੇ ਆਪਣੇ ਲੋਹਾਰੇ ਦੇ ਕੋਲ, ਅਤੇ ਉਹ ਉੱਥੇ ਵੀ ਸਪੋਰਟ। ਸੋ ਇਹਨੂੰ ਓਵਰਆਲ ਦੇਖਿਆ ਜਾਵੇ ਫੈਮਿਲੀ ਵੱਲੋਂ, ਪੜ੍ਹਾਈ ਵੱਲੋਂ, ਕ੍ਰਿਕਟਿੰਗ ਵੱਲੋਂ, ਹਰ ਕਿਤੋਂ ਇਹਨੂੰ ਸਪੋਰਟ ਮਿਲਦੀ ਰਹੀ। ਜਦੋਂ ਕ੍ਰਿਕਟ ਚੂਜ਼ ਕੀਤਾ ਉਹਦੇ ਦਿਮਾਗ 'ਚ ਸੀ ਕਿਉਂਕਿ ਇਸ ਚੀਜ਼ ਦਾ ਕੰਪੀਟੀਸ਼ਨ ਬਹੁਤ ਜ਼ਿਆਦਾ ਆ ਗਿਆ, ਹਰ ਇੱਕ ਨੂੰ ਉਹ ਪੋਜੀਸ਼ਨ ਨਹੀਂ ਮਿਲਦੀ ਜੋ ਚਾਹੁੰਦੇ ਆ, ਅਤੇ ਦਿਮਾਗ ਦੇ ਵਿੱਚ ਸੀਗਾ ਕਿਸ ਤਰ੍ਹਾਂ ਪ੍ਰੈਸ਼ਰ ਹੈਂਡਲ ਕਰਾਉਣਾ ਹੈ, ਕਿਸ ਤਰ੍ਹਾਂ ਹੈਲਪ ਕਰਨੀ ਹੈ। ਨਹੀਂ ਨਾ ਸਾਨੂੰ ਆਨੈਸਟਲੀ ਪਤਾ ਸੀ, ਇਹਨੂੰ ਅੱਜ ਤੱਕ ਨਹੀਂ ਪਤਾ ਹੋਣਾ। ਇਹ ਤਾਂ ਸਿਰਫ ਆਪਣੀ ਧੁਨ 'ਚ ਲੱਗਿਆ ਹੋਇਆ। ਸੋ ਹੀ ਇਜ਼ ਸੋ ਇਨਗ੍ਰੋਸਡ ਇਨਟੂ ਦੈਟ। ਅਸੀਂ ਜਿਸ ਤਰ੍ਹਾਂ ਦੇਖਿਆ ਦੇਰ ਹੈਵ ਬੀਨ ਟਾਈਮਸ ਵੈਨ ਹਿਜ਼ ਪਰਫਾਰਮੈਂਸ ਵਾਜ਼ ਨਾਟ ਐਜ਼ ਗ੍ਰੇਟ, ਦੈਨ and then there were times when he was doing extremely well. So in neither of the two phases ਅਸੀਂ ਦੇਖਿਆ ਕਿ ਇਹ ਪ੍ਰੈਕਟਿਸ ਘੱਟ ਕਰ ਰਿਹਾ ਜ਼ਿਆਦਾ ਕਰ ਰਿਹਾ, ਮਤਲਬ ਜੀ ਜਸਟ ਇਹਨੂੰ ਪਤਾ ਜਿਸ ਤਰ੍ਹਾਂ ਪਰ ਰੋਜ਼ ਬਰਸ਼ ਕਰਨੇ ਜਾਣ ਕਰਨਾ ਨਾ ਆਉਣਾ ਹੀ ਹੈ ਅਤੇ ਇਹਨੂੰ ਪ੍ਰੈਕਟਿਸ ਕਰਨੀ। ਸੋ ਹੀ ਇਜ਼ ਦੈਟ ਕਾਈਂਡ ਆਫ ਬॉय, ਇਜ਼ ਵੈਰੀ ਫੋਕਸਡ ਅਤੇ ਇੰਟ੍ਰਿੰਸਿਕਲੀ ਡਰਿਵਨ ਹੈ, ਅਤੇ ਕੋਈ ਮੈਨੂੰ ਨਹੀਂ ਲੱਗਦਾ ਸਾਨੂੰ ਜ਼ੋਰ ਲਗਾਉਣਾ ਪਿਆ। ਅਤੇ ਜਦੋਂ ਇਹਨੂੰ ਹੁਣ ਪਿਛਲੇ 2-3 ਸਾਲ ਤੋਂ ਪਤਾ ਲੱਗਿਆ ਕਿ ਹਰ ਫਾਰਮੈਟ ਦੇ ਲਈ ਹੈਲਥ ਦੀ, ਫਿਟਨੈਸ ਦੀ ਡੈਫੀਨੇਸ਼ਨ ਅਲੱਗ ਹੈ, ਅਤੇ ਉਹ ਜਦੋਂ ਇਹ ਡੇਜ਼ ਮੈਚਿਸ 'ਚ ਹੁੰਦਾ ਹੈ ਤਾਂ ਹੋਰ ਤਰ੍ਹਾਂ ਦੀ ਇਹਦੀ ਪ੍ਰੈਕਟਿਸ ਚੱਲ ਰਹੀ ਹੁੰਦੀ ਹੈ। ਜਦੋਂ ਇਹ T20 'ਚ ਹੁੰਦਾ ਤਾਂ ਹੋਰ ਤਰ੍ਹਾਂ ਦੀ, ਬਲਕਿ ਇਹਦੀ ਮਦਰ ਵੀ ਕਈ ਵਾਰ ਥੋੜ੍ਹੀ ਜਿਹੀ, ਇਹਨਾਂ ਨੂੰ ਨਹੀਂ ਪਤਾ, ਠੀਕ ਹੈ, ਮੈਨੂੰ ਵੀ ਨਹੀਂ ਪਤਾ ਹੁੰਦਾ ਸੀ ਪਹਿਲਾਂ ਕਿ ਇਹ ਕੀ ਤੂੰ ਹੁਣੇ ਕਿਸ ਤਰ੍ਹਾਂ ਦੀ ਡਾਈਟ ਲੈ ਰਿਹਾ, ਪਹਿਲਾਂ ਤੂੰ ਇੱਦਾਂ ਦੀ ਡਾਈਟ ਲੈਂਦਾ ਸੀ, ਤੂੰ ਚੇਂਜ ਕਰਦਾ ਰਹਿਣਾ ਸਾਲ, ਈਅਰ ਆਫਟਰ ਈਅਰ। ਉਹ ਫਿਰ ਹੌਲੀ ਹੌਲੀ ਮੈਂ ਰਿਅਲਾਈਜ਼ ਕੀਤਾ ਕਿ ਉਹ ਤਾਂ ਹੁਣ ਦੇਖੋ ਨਾ, ਮੈਂ ਕਹਿ ਰਿਹਾ ਮੈਸੀ ਹੈ, ਚਾਹੇ ਵਰਲਡ ਚੈਂਪੀਅਨ, ਤੁਸੀਂ ਉਹਨੂੰ ਕਰੋਗੇ ਮੈਰਾਥਨ ਕਰ ਲਾ, ਮੇ ਬੀ ਹੀ ਮੇ ਨਾਟ ਬੀ ਅ ਗ੍ਰੇਟ ਮੈਰਾਥਨਰ, ਠੀਕ ਹੈ, ਐਂਡ ਵਾਈਸ ਵਰਸਾ। ਤਾਂ ਉਹ ਫਿਰ ਐਥਲੀਟ ਨੂੰ ਹੌਲੀ ਹੌਲੀ ਪਤਾ ਲੱਗਣਾ ਸ਼ੁਰੂ ਹੋ ਜਾਂਦਾ ਕਿ ਮੈਂ ਓਵਰਆਲ ਮੈਂ ਕਿਸ ਚੀਜ਼ 'ਤੇ ਕੰਮ ਕਰਨਾ ਜੀ। ਕਿਸ ਤਰ੍ਹਾਂ ਮੈਮ ਹਰ ਇੱਕ ਚੀਜ਼ ਦੱਸਦਾ, ਕਿਸ ਤਰ੍ਹਾਂ ਕੋਚ ਮੈਨੂੰ ਹੈਲਪ ਕਰ ਰਿਹਾ, ਹਰ ਇੱਕ ਚੀਜ਼ ਤੁਹਾਨੂੰ ਦੱਸਦਾ ਹੈ। ਕਿਸ ਤਰ੍ਹਾਂ ਦਾ ਕਦੇ ਫੇਸ ਆਇਆ ਕਿ ਬਹੁਤ ਜ਼ਿਆਦਾ ਪ੍ਰੈਸ਼ਰ ਫੀਲ ਕਰ ਰਿਹਾ ਹੋਵੇ ਕਿ ਮੇਰੀ ਪਰਫਾਰਮੈਂਸ ਅੱਜ ਅੱਛੀ ਨਹੀਂ ਹੋਈ, ਤੁਹਾਨੂੰ ਆ ਕੇ ਕਦੀ ਦੱਸਿਆ ਹੋਵੇ? ਨਹੀਂ, ਇਸ ਤਰ੍ਹਾਂ ਹਰ ਚੀਜ਼ ਡਿਸਕਸ ਕਰਦਾ ਸੀ। ਮੀਨਸ ਅੰਡਰ 16 ਤੱਕ ਤਾਂ ਡੈਫੀਨੇਟਲੀ ਇਹਨੂੰ ਜਦੋਂ ਮੈਂ ਪਿਕ ਕਰਨਾ ਗਰਾਊਂਡ ਤੋਂ ਸ਼ਾਮ ਨੂੰ, ਬਸ ਇਹਨੇ ਕਾਰ 'ਚ ਬੈਠਣਾ ਅਤੇ ਨਾਲ ਹੀ ਇਹਨੇ ਡਿਸਕਸ ਕਰਨਾ ਸ਼ੁਰੂ ਕਰ ਦੇਣਾ ਕਿ ਗਰਾਊਂਡ 'ਤੇ ਕੀ ਹੋਇਆ, ਕਿਸ ਤਰ੍ਹਾਂ ਰਿਹਾ, ਸਾਰਾ ਕੁਛ, ਐਵਰੀਥਿੰਗ ਹੀ ਯੂਜ਼ ਟੂ ਡਿਸਕਸ। ਫਿਰ ਇਹ ਸੀਗਾ ਕਿ ਡੈਫੀਨੇਟਲੀ ਬੀਇੰਗ ਪੇਰੈਂਟਸ, ਅਤੇ ਜੇ ਉਹਨੂੰ ਕਿਤੇ ਵੀ ਕੋਈ ਮੁਸ਼ਕਿਲ ਆਉਂਦੀ ਸੀ ਜਾਂ ਸਾਈਕੋਲੋਜੀਕਲੀ ਥੋੜ੍ਹਾ ਬਹੁਤਾ ਡਾਊਨ ਹੁੰਦਾ ਸੀ ਤਾਂ ਫਿਰ ਵੀ ਯੂਜ਼ ਟੂ ਸਿਟ ਐਂਡ ਡਿਸਕਸ ਵਿਦ ਹਿਮ। ਮਤਲਬ ਡੈਫੀਨੇਟਲੀ very logically his father has always explained him, right, how to see a big picture, कि ये छोटे छोटे hurdles आनगियाँ but you have to cross them and supersede, कि अपना तू best दे जा। means he always tells him you go, don't take any pressure, just enjoy the game, enjoy every ball. So this is what he has been doing. ਤੇ ਕ੍ਰਿਕਟਰ ਦਾ ਇੰਸਪੀਰੇਸ਼ਨ ਕੌਣ ਰਿਹਾ, ਕਿਹਨੂੰ ਦੇਖ ਕੇ ਲੱਗਦਾ ਸੀ ਹਾਂ ਮੈਂ ਇਸ ਤਰ੍ਹਾਂ ਬੈਟਿੰਗ ਕਰਨੀ, ਇਸ ਤਰ੍ਹਾਂ ਬੋਲਿੰਗ ਕਰਨੀ? ਇੰਸਪੀਰੇਸ਼ਨ ਇਫ ਆਈ ਟਾਕ ਕਿ ਜਿਹੜੇ ਬੜਾ ਕਲੋਜ਼ ਆਪਾਂ ਦੇਖੀਏ ਪੰਜਾਬ ਦੇ ਵਿੱਚ ਤਾਂ ਲੈਫਟ ਹੈਂਡਡ ਬੈਟਸਮੈਨ ਦੈਟ ਹੈਜ਼ ਬੀਨ ਯੁਵਰਾਜ, ਤਾਂ ਹੀ ਹੈਜ਼ ਬੀਨ ਅ ਗ੍ਰੇਟ ਇੰਸਪੀਰੇਸ਼ਨ ਫॉर ਹਿਮ, ਬਟ ਐਟ ਦ ਸੇਮ ਟਾਈਮ ਹੀ ਫੋਲੋਜ਼ ਸਚਿਨ ਤੇਂਦੁਲਕਰ
then Sehwag, and then definitely Virat Kohli and Mr. Rohit Sharma, all. ਔਰ ਮੁੰਬਈ ਇੰਡੀਅਨਸ ਚਲੇ ਗਏ ਤਾਂ ਕਿਸ ਤਰ੍ਹਾਂ ਦਾ ਕੁਝ ਦੱਸਿਆ ਕਿ ਕੌਣ ਪਲੇਅਰ ਮੈਨੂੰ ਉੱਥੇ ਜਾਣਦਾ ਹੈ, ਕਿਹਨੇ ਨਾਲ ਮੇਰੀ ਜ਼ਿਆਦਾ ਬੌਂਡਿੰਗ ਹੈ ਕਿਸ ਤਰ੍ਹਾਂ? ਐਕਚੁਅਲੀ ਉਹ ਨਾ ਆਪਣਾ ਇਸ ਟਾਈਮ ਮੈਚਸ ਖੇਲ ਰਿਹਾ ਹੈ ਮੋਹਾਲੀ, ਉਹ ਹੈ ਨਹੀਂ ਹੈ ਤੇ ਸਾਡੀ ਉਹਦੇ ਨਾਲ ਅੱਜ ਕੱਲ੍ਹ ਬਹੁਤ ਹੀ ਜ਼ਿਆਦਾ ਗੱਲ ਹੋ ਨਹੀਂ ਪਾ ਰਹੀ ਹੈ। ਮਤਲਬ ਜਦੋਂ ਆਉਣਗੇ ਫਿਰ ਸਾਰਾ ਦੱਸਣਗੇ? ਹਾਂਜੀ ਬਿਲਕੁਲ, ਫਿਰ ਅਸੀਂ ਉਹਦੇ ਨਾਲ ਬੈਠ ਕੇ ਡਿਸਕਸ਼ਨਸ ਕਰਾਂਗੇ। ਨਾ ਕਿਸ ਤਰ੍ਹਾਂ ਦਾ ਤੁਹਾਡਾ ਰਿਐਕਸ਼ਨ ਕਿਸ ਤਰ੍ਹਾਂ ਜਦੋਂ ਮੁੰਬਈ ਇੰਡੀਅਨ ਸਿਲੈਕਸ਼ਨ ਹੋਈ ਹੈ ਕਿ ਕਿਸ ਤਰ੍ਹਾਂ ਜਿਵੇਂ ਰੋਹਿਤ ਸ਼ਰਮਾ ਹੈਗੇ ਆ ਤਾਂ ਉਸੀ ਟੀਮ 'ਚ ਉਹ ਖੇਡਣਗੇ ਤਾਂ ਕਿਸ ਤਰ੍ਹਾਂ ਦਾ ਰਿਹਾ? ਬਹੁਤ ਅੱਛਾ, ਮਤਲਬ ਆਈ ਥਿੰਕ ਜਦੋਂ ਇਹ ਟਰਾਇਲਸ ਵੀ ਦੇਣ ਗਿਆ, ਆਈ ਥਿੰਕ ਰੋਹਿਤ ਸ਼ਰਮਾ ਵਾਜ਼ ਆਲਸੋ ਦੇਅਰ ਫਾਈਨਲ ਟਰਾਇਲ ਦੇ ਵਿੱਚ। ਆਫ ਕੋਰਸ ਦੇਖੋ ਜਦੋਂ ਵੈਨ ਦ ਬਾਰ ਗੈਟਸ ਹਾਇਰ, ਓਕੇ, ਤਾਂ ਬੈਂਚ ਮਾਰਕਿੰਗ ਹੋਰ ਉੱਪਰ ਚਲੇ ਜਾਂਦੀ ਹੈ ਤਾਂ you become better. So I think when he would be in the company of the likes of Ishan, ਠੀਕ ਹੈ, ਉਹ ਵੀ ਇਸ਼ਾਨ ਤੇ ਉਹ ਸਾਰੇ ਇਸ ਸਕੁਐਡ 'ਚ ਆਲਰੇਡੀ ਨੇ, ਤੇ ਆਈ ਥਿੰਕ he would become better, I think. ਤੇ ਹੁਣ ਜਿਸ ਤਰ੍ਹਾਂ ਕਾਫੀ ਲੋਕ ਹੁਣ ਪਹਿਚਾਨਣ ਲੱਗ ਗਏ ਇੱਕ ਤਰ੍ਹਾਂ ਦੇ ਲੁਧਿਆਣੇ ਦਾ, ਲੋਕਾਂ ਨੂੰ ਜਿਹੜੇ ਲੋਕ ਨਹੀਂ ਵੀ ਜਾਣਦੇ ਨਿਹਾਲ ਨੂੰ ਉਹਨਾਂ ਨੂੰ ਵੀ ਬਹੁਤ ਪ੍ਰਾਊਡ ਫੀਲ ਹੋ ਰਿਹਾ ਕਿ ਹੁਣ ਸਾਡੇ ਲੁਧਿਆਣੇ ਦਾ ਇੱਕ ਨੌਜਵਾਨ ਟੀਵੀ 'ਚ ਦੇਖਣ ਨੂੰ ਮਿਲੇਗਾ, ਮੈਚ 'ਚ ਦੇਖਣ ਨੂੰ ਮਿਲੂਗਾ। ਤੋ ਇੱਕ ਚੀਜ਼ ਹੈ, ਯੂ ਆਰ ਵੈਰੀ ਰਾਈਟ, ਉਹ ਨਾ ਜਿਸ ਤਰ੍ਹਾਂ ਪਹਿਲਾਂ ਅੰਡਰ 19 'ਚ ਵੀ ਜਦੋਂ ਖੇਲ ਰਿਹਾ ਸੀ ਇੰਡੀਆ ਲਈ ਤੇ ਇੱਕ ਸੀਰੀਜ਼ 'ਚ ਕੈਪਟਨ ਵੀ ਸੀਗਾ ਸਾਊਥ ਅਫਰੀਕਾ ਦੇ ਅਗੇਂਸਟ, ਜੀ ਅਸੀਂ ਕੋਈ ਬਹੁਤਾ ਚੇਂਜ ਦੇਖਿਆ ਉਦੋਂ ਵੀ, ਇਹ ਸੀ ਕਾਫੀ ਥੋੜ੍ਹਾ ਲਾਈਮਲਾਈਟ ਸੀਗਾ ਟਾਊਨ ਦੇ ਵਿੱਚ, ਬਟ ਇਹਨੂੰ ਮੈਂ ਵੈਸੇ ਇੱਕ ਵਾਰੀ ਮੈਂ ਕਾਰ 'ਚ ਜਾ ਰਿਹਾ ਸੀ ਜਾਂ ਕੁਛ, ਮੈਂ ਕਹਿੰਦਾ ਹਾਲ ਜਦੋਂ ਤੇਰਾ ਕਰੀਅਰ ਪੀਕ 'ਤੇ ਹੋ ਜਾਊ ਉਸ ਤੋਂ ਬਾਅਦ ਹੌਲੀ 35-40 ਤੱਕ ਮੈਕਸੀਮਮ ਕਰੀਅਰ ਤੁਹਾਡਾ ਕ੍ਰਿਕਟਿੰਗ ਕਰੀਅਰ ਇਜ਼ ਓਵਰ, ਤੂੰ ਪਿੱਛੇ ਮੁੜ ਕੇ ਦੇਖਣਾ ਚਾਹੇਗਾ ਤਾਂ ਤੂੰ ਕੀ ਦੇਖਣਾ ਚਾਹੇਗਾ? I would always want to see ਕਿ youngsters look up to me. So that was a good answer. So ਮੈਂ ਦੇਖਣਾ ਚਾਹੁੰਦਾ ਸੀ ਕੀ ਜਵਾਬ ਦਿੰਦਾ ਹੈ, ਕਿ ਮੇਰੇ ਕੋਲ ਇਹ ਹੋਵੇ, ਇਹ ਹੋਵੇ, ਉਹ ਹੋਵੇ, ਇਹ ਹੋਵੇ। So he always ਆਪਣੀਆਂ ਇਹ ਦੇਖਦਾ, ਮੈਂ ਇਹਦਾ ਅੱਜ ਤੱਕ ਬਿਹੇਵੀਅਰ ਦੇਖਿਆ, ਹੋਰ ਚੀਜ਼ਾਂ ਦੇਖੀਆਂ, ਅਤੇ ਆਈ ਥਿੰਕ ਦੈਟ ਕੈਨ ਬੀ ਟਰੂ that his youngsters so far ਜਿਹੜੇ ਹੈਗੇ ਕ੍ਰਿਕਟਿੰਗ 'ਚ ਖਾਸ ਕਰ ਇੱਧਰ, they look up to him and that may continue. ਜਿਸ ਤਰ੍ਹਾਂ ਜਿਵੇਂ ਲੁਧਿਆਣੇ ਦਾ ਇੱਕ ਨੌਜਵਾਨ ਹੁਣ ਲੋਕਾਂ ਨੂੰ ਦੇਖਣ ਮਿਲੇਗਾ, ਲੁਧਿਆਣੇ ਬਹੁਤ ਸਾਰੇ ਹੋਰ ਵੀ ਬੱਚੇ ਨੇ ਜਿਹੜੇ ਬਣਨਾ ਚਾਹੁੰਦੇ ਨੇ, ਹੁਣ ਇੱਕ ਸਪੋਰਟ ਮਿਲ ਜਾਂਦੀ ਹੈ, ਇੱਕ ਵਿਊ ਮਿਲ ਜਾਂਦਾ ਕਿ ਹਾਂ ਇੱਕ ਹੋਰ ਲੁਧਿਆਣੇ ਦਾ ਸਾਡਾ ਨੌਜਵਾਨ ਪਹੁੰਚ ਚੁੱਕਿਆ IPL 'ਚ, ਅਸੀਂ ਵੀ ਉਸ ਰਾਹ 'ਤੇ ਤੁਰ ਸਕਦੇ, ਇੱਕ ਤਰ੍ਹਾਂ ਦੀ ਇੰਸਪੀਰੇਸ਼ਨ ਆਲਰੇਡੀ ਬਣ ਚੁੱਕਿਆ ਨੇ ਹਾਲ। ਯੈਸ, ਹੋਰ ਵੀ ਬੱਚੇ ਆ ਜਿਹੜੇ ਡੈਫੀਨੇਟਲੀ, ਦੇਖੋ ਸਭ ਤੋਂ ਵੱਡੀ ਚੀਜ਼ ਹੈ ਕਿ ਇੱਕ ਟੈਲੈਂਟ ਹੈ ਜਾਂ ਨਹੀਂ ਹੈ, ਬੱਚੇ ਦਾ ਇੰਟਰਸਟ ਹੈ ਜਾਂ ਨਹੀਂ ਹੈ, ਠੀਕ ਹੈ। ਹੁਣ ਜਸਟ ਇਹ ਹੈ ਕਿ ਕ੍ਰਿਕਟ ਇਜ਼ ਅ ਵੈਰੀ ਗਲੈਮਰਸ ਗੇਮ, ਇਹ ਵੀ ਦੇਖਿਆ ਗਿਆ, ਬੜੇ ਲੋਕ ਜਸਟ ਬਿਕੋਜ਼ ਆਫ ਦਿਸ ਬੱਚਿਆਂ ਨੂੰ ਦੇ ਆਰ ਪੁਸ਼ਿੰਗ ਇਨ ਟੂ ਦਿਸ ਗੇਮ ਇਨ ਦਿਸ ਸਪੋਰਟ, ਬਟ ਐਟ ਦ ਸੇਮ ਟਾਈਮ ਇਹ ਵੀ ਦੇਖਣਾ ਚਾਹੀਦਾ ਕਿ ਉਹ ਬੱਚਾ ਕਿੰਨੀ ਦੇਰ ਉੱਥੇ ਸਰਵਾਈਵ ਕਰ ਪਾਏਗਾ, ਠੀਕ ਹੈ। ਮਤਲਬ ਜਿਸ ਤਰ੍ਹਾਂ ਹੁਣ ਸਾਨੂੰ ਵੀ ਇਸ ਚੀਜ਼ ਬੜਾ ਕੰਪੈਟੀਟਿਵ ਹੈ, ਸਟਿਲ ਵੀ ਕੀਪ ਆਰ ਫਿੰਗਰਸ ਕ੍ਰੋਸਡ, ਮੀਨਸ one has to be ready for each and every kind of a situation. So similarly parents ਪਹਿਲੇ ਮੈਂ ਤਾਂ ਇਹ ਕਹੂੰਗੀ ਕਿ ਯੰਗਸਟਰਸ ਦੇਖਣ, ਅਗਰ ਉਹਨਾਂ 'ਚ ਟੈਲੈਂਟ ਹੈ, ਅਗਰ ਉਹ ਪ੍ਰੈਸ਼ਰ ਹੈਂਡਲ ਕਰ ਸਕਦੇ ਹੈ, ਅੱਗੇ ਜਾ ਸਕਦੇ ਹਨ, ਤਾਂ ਡੈਫੀਨੇਟਲੀ ਦੇ ਸ਼ੁੱਡ ਗੋ ਇਨ ਫॉर ਦਿਸ। ਬਟ ਅਦਰਵਾਈਜ਼ ਕ੍ਰਿਕਟ ਤੋਂ ਇਲਾਵਾ ਹੋਰ ਬੜੀਆਂ ਸਪੋਰਟਸ ਹੈ, ਹੁਣ ਤਾਂ ਬਹੁਤ ਸਾਰੇ ਫੀਲਡਸ ਹੈ ਜਿੱਥੇ ਯੂ ਕੈਨ ਮੀਨਸ ਦੇ ਕੈਨ ਐਕਸਲ। ਯਾ, ਤਾਂ ਤੁਸੀਂ ਕੀ ਕਹਿਣਾ ਚਾਹੋਗੇ ਲਾਸਟ 'ਚ ਦਰਸ਼ਕਾਂ ਨੂੰ? ਜਿਸ ਤਰ੍ਹਾਂ ਇੱਕ ਉਹ ਕਹਿੰਦੇ ਨਾ ਕਿ ਇਟ ਟੇਕਸ 10-12 years ਟੂ ਬੀ ਐਨ ਓਵਰਨਾਈਟ ਸਕਸੈਸ, ਅਤੇ ਉਹੀ ਹੈ ਆਪਾਂ ਨੂੰ ਦਿਖਦਾ ਹੈ, ਸਾਰਿਆਂ ਨੂੰ ਦਿਖਦਾ ਹੈ ਇੱਕਦਮ ਆਕਸ਼ਨ ਹੋ ਗਈ ਆ ਗਿਆ, ਸੋ ਇਹਦੇ ਪਿੱਛੇ 10-12 ਸਾਲ ਦਾ ਇਹਦਾ ਕਾਫੀ ਕੰਸਿਸਟੈਂਟ ਐਫਰਟ ਰਿਹਾ। ਅਤੇ ਜਿਹੜੇ ਵੀ ਆਪਾਂ ਕਿਸੇ ਵੀ ਸਪੋਰਟ ਦੇ ਵਿੱਚ ਸਟਾਰਸ ਦੇਖਦੇ ਹਾਂ, ਬੈਸਟ ਪਰਫੋਰਮੈਂਸ ਦੇਖਦੇ ਹਾਂ, ਉਹਦੇ ਪਿੱਛੇ ਜੋ ਸਵੈਟ ਐਂਡ ਟੋਇਲ ਗਿਆ ਉਹ ਜਾਂ ਉਹਨਾਂ ਨੂੰ ਹੀ ਪਤਾ ਹੈ, ਜਾਂ ਉਹਨਾਂ ਦੀ ਫੈਮਲੀਜ਼ ਨੂੰ ਪਤਾ ਹੈ, ਜਾਂ ਉਹਨਾਂ ਦੇ ਕੋਚਿਸ ਨੂੰ ਪਤਾ ਹੈ। ਤਾਂ ਮੈਂ ਤਾਂ ਸਿਰਫ ਇਹੀ ਕਹਿਣਾ ਚਾਹੂੰਗਾ, ਖਾਸ ਕਰ ਯੰਗਸਟਰ ਨੂੰ ਵੀ, ਤੁਹਾਡੇ ਪਹਿਲੇ ਕੁਐਸਚਨ ਨਾਲ ਰਿਲੇਟਡ ਹੈਗਾ ਉਹ ਨਾ, ਜਿਸ ਤਰ੍ਹਾਂ ਇਟ ਇਜ਼ ਵੈਰੀ ਇੰਪੋਰਟੈਂਟ ਟੂ ਸੈਲੀਬਰੇਟ ਦ ਰਾਈਟ, ਆਈ ਵੁੱਡ ਸੇ ਥਿੰਗ, ਜਿਸ ਤਰ੍ਹਾਂ ਕਹਿੰਦੇ ਨੇ ਕਿ ਇਹ ਸੋਸਾਇਟੀ ਬਿਕਮਸ ਵਾਟ ਇਟ ਸੈਲੀਬਰੇਟਸ, ਅਤੇ ਇਫ ਯੂ ਵੁੱਡ ਸੈਲੀਬਰੇਟ ਸਪੋਰਟਸਮੈਨ, ਤਾਂ ਹੋਰ ਬੜੇ ਯੰਗਸਟਰਸ ਇੰਸਪਾਇਰ ਹੋਣਗੇ। ਇਫ ਯੂ ਵਿਲ ਸੈਲੀਬਰੇਟ ਐਂਟਰਪ੍ਰੇਨਿਓਰਸ, ਅਤੇ ਉਸ ਸੋਸਾਇਟੀ 'ਚ ਐਂਟਰਪ੍ਰੇਨਿਓਰਸ, ਇਸ ਲਈ ਇਟਸ ਇੰਪੋਰਟੈਂਟ, ਮੈਂ ਨਹੀਂ ਕਰ ਰਿਹਾ ਸਿਰਫ ਨਿਹਾਲ ਲਈ, ਕਿਸੇ ਲਈ। ਸੋ ਲੈਟਸ ਸੈਲੀਬਰੇਟ ਆਲ ਜਿਹੜੇ ਮੀਨਿੰਗਫੁਲ ਅਚੀਵਮੈਂਟਸ ਕਰ ਰਹੇ ਨੇ ਇੰਡੀਵਿਜੂਅਲਸ, ਚਾਹੇ ਉਹ ਸਟਾਰਟਅਪਸ 'ਚ ਹੈ, ਚਾਹੇ ਉਹ ਸਪੋਰਟਸ 'ਚ ਹੈ, ਚਾਹੇ ਉਹ ਆਰਟ 'ਚ ਹੈ, ਚਾਹੇ ਕਲਚਰ 'ਚ ਹੈ,
ਚਾਹੇ ਉਹ ਕਿਸੇ ਹੋਰ ਚੀਜ਼, ਚਾਹੇ ਮਤਲਬ ਆਪਾਂ ਲੈਟਸ ਮੇਕ ਸ਼ੋਰ ਵੀ ਸੈਲੀਬ੍ਰੇਟ ਦ ਰਾਈਟ ਥਿੰਗਸ। ਯਾ ਤਾਂ ਜਿਸ ਤਰ੍ਹਾਂ ਅਸੀਂ ਗੱਲਬਾਤ ਕੀਤੀ ਹੈ, ਬਹੁਤ ਲੋਕ ਚਾਹੁੰਦੇ ਨੇ ਇਸ ਤਰ੍ਹਾਂ ਦਾ ਅਚੀਵ ਕਰਨਾ ਜਿਸ ਤਰ੍ਹਾਂ ਨਿਹਾਲ ਨੇ ਆਲਰੇਡੀ ਅਚੀਵ ਕਰ ਚੁੱਕਿਆ, ਕਿਸ ਤਰ੍ਹਾਂ ਰਿਕਾਰਡ ਪਹਿਲਾਂ ਵੀ ਬਣਾਏ ਹੋਇਆ। ਪਰ ਹੁਣ ਜਿਹੜਾ ਕਿ ਲੁਧਿਆਣਾ ਦਾ ਨੌਜਵਾਨ ਜਿਹੜਾ ਕਿ IPL ਦੇ ਵਿੱਚ ਖੇਡਣ ਨੂੰ ਸਾਰਿਆਂ ਨੂੰ ਦਿਖੂਗਾ। ਤੇ ਹੋਰ ਵਧੀਆ ਅਪਡੇਟ ਸੀ ਤੁਸੀਂ ਦੇਖਦੇ ਹੋ ਲੁਧਿਆਣਾ ਟਾਈਮਸ। ਕੈਮਰਾਮੈਨ ਦੀਪਕ ਹੀਵਾ ਨਾਲ ਮੈਂ ਹਰਸ਼ ਕੌਰ।